ये स्टमक के बिल्कुल नीचे जो हड्डी होती है साइड वाली, जैसे साइड लेके सोते हैं तो साइड वाली जहाँ से लेग शुरू होती है वहाँ पे दोनों तरफ ही ना मेरे बहुत ज़्यादा पेन होती थी। तो मतलब इतनी ज़्यादा। गुरु जी शुक्राना, गुरु जी कोटम कोट कोटम कोट कोटम कोट शुक्राना मेरे गुरु जी महाराज जी। जय गुरु जी, जय गुरु जी संगत जी, जय गुरु जी रूहानी आंटी जी, जय गुरु जी। मैंने तो बहुत देर हो गई गुरु जी का शुक्राना सत्संग किते, शायद अगस्त विच किता कि सितंबर च किता है ना। ਤਾਂ ਹੀ ਤਾਂ ਕਹਿੰਦੇ ਆ ਜਿੰਨੀ ਤਾਂ ਗੁਰੂ ਜੀ ਦੀ ਮਿਹਰ ਨਹੀਂ ਸੌਰੀ ਵੀ ਆਪਾਂ ਸ਼ੁਕਰਾਨਾ ਸਤਸੰਗ ਵੀ ਨਹੀਂ ਕਰ ਵੀ ਨਹੀਂ ਸਕਦੇ, ਸੁਣ ਵੀ ਨਹੀਂ ਸਕਦੇ। ਬਿਨ ਭਾਗਾ ਸਤਸੰਗ ਨਾ ਲਵੇ, ਬਿਨ ਭਾਗਾ ਆਪਾਂ ਸਤਸੰਗ ਸ਼ੇਅਰ ਵੀ ਨਹੀਂ ਕਰ ਸਕਦੇ ਗੁਰੂ ਜੀ ਦੀ ਮਰਜ਼ੀ ਤੋਂ ਬਿਨਾਂ। ਕਾਫੀ ਦੇਰ ਹੋ ਗਈ ਵਿੱਚ ਕੋਈ ਨਾ ਕੋਈ ਕਹੀਦਾ ਹੁਣ ਕਰਦੇ ਬਸ ਇੱਦਾਂ ਹੀ ਦੇਖੋ ਇੰਨਾ ਟਾਈਮ ਨਿਕਲ ਗਿਆ। ਅੱਜ ਗੁਰੂ ਜੀ ਨੇ ਮਿਹਰ ਕੀਤੀ, ਬਿਠਾਇਆ ਆਪਣੇ ਕੋਲ, ਕਹਿੰਦੇ ਇੰਨੀ ਦੇਰ ਦਾ ਮੈਂ ਤੈਨੂੰ ਕਹਿ ਰਿਹਾ ਸ਼ੁਕਰਾਨਾ ਸਤਸੰਗ ਕਰ, ਤੇਰੇ ਕੋਲ ਟਾਈਮ ਨਹੀਂ ਹੈਗਾ ਹੈ ਨਾ, ਤੇਰੇ ਕੋਲ ਮੇਰੇ ਕੋਲ ਬੈਠਣ ਦਾ ਟਾਈਮ ਨਹੀਂ ਹੈਗਾ। ਵਾਕਈ 'ਚ ਗੁਰੂ ਜੀ ਤੁਹਾਡੀ ਮਰਜ਼ੀ ਬਿਨਾਂ ਆਪਾਂ ਤੁਹਾਡੇ ਕੋਲ ਬੈਠ ਵੀ ਨਹੀਂ ਸਕਦੇ। ਅੱਜ ਤੁਸੀਂ ਮਿਹਰ ਕੀਤੀ ਅਤੇ ਤੁਹਾਡੇ ਕੋਲ ਬੈਠੀ ਹਾਂ ਮੈਂ। ਕਿੰਨੀ ਦੇਰ ਹੋ ਗਈ ਮੈਂ ਗੁਰੂ ਜੀ ਅੰਮ੍ਰਿਤ ਵੇਲਾ ਸਤਸੰਗ ਨਹੀਂ ਕਰ ਰਹੀ, ਸੁਣ ਰਹੀ, ਸਭ ਕੁਛ ਛੁੱਟਿਆ ਪਿਆ। ਪਤਾ ਨਹੀਂ ਕੀ ਐਸਾ ਕੁਛ ਤੁਹਾਡੀ ਮਿਹਰ ਨਾਲ ਤੁਸੀਂ ਰੈਨੋਵੇਸ਼ਨ ਸ਼ੁਰੂ ਕਰਾਈ ਹੈ ਘਰ ਦੀ ਹੈ ਨਾ। ਬੱਚਿਆਂ ਨੇ ਆਉਣਾ, ਤੁਸੀਂ ਬੱਚੇ ਦਾ ਕਾਰਡ ਸਿਧਾਇਆ ਹੈ ਨਾ, ਅਤੇ ਫਿਰ ਉਹ ਹੁਣ ਘਰ ਵੀ ਤੁਸੀਂ ਬਣਵਾ ਰਹੇ, ਰੈਨੋਵੇਸ਼ਨ ਵੀ ਤੁਸੀਂ ਸ਼ੁਰੂ ਕਰਵਾਈ ਹੈ। ਅਤੇ ਉਹ ਬਸ ਤੁਹਾਡੀ ਧੀ ਹੈ ਇੱਦਾਂ ਦੀ, ਥੱਕ ਬਹੁਤ ਜਲਦੀ ਜਾਂਦੀ ਹੈ, ਸਾਰਾ ਵੀ ਮੈਨੂੰ ਕਰਨਾ ਪੈਂਦਾ, ਅੰਕਲ ਦਾ ਵੀ ਹੈ। ਸੋ ਬਸ ਮੈਂ ਤੁਹਾਡੀ ਧੀ ਥੱਕ ਹੀ ਬਹੁਤ ਜਲਦੀ ਜਾਂਦੀ ਹੈ। ਕਈ ਵਾਰ ਵਿੱਚ ਤੁਸੀਂ ਉਠਾ ਵੀ ਦਿੱਤਾ, ਹਿੰਮਤ ਵੀ ਦਿੱਤੀ, ਅਤੇ ਕਈ ਵਾਰ ਤੁਸੀਂ ਫਿਰ ਹੁਣ ਕਹਿੰਦੇ ਆ ਵੀ ਸਾਰੀ ਦਿਹਾੜੀ ਥੱਕ ਜਾਂਦੀ, ਚੱਲ ਰਾਤੀ ਤੁਸੀਂ ਮੈਨੂੰ ਬੜੀ ਸਕੂਨ ਦੀ ਨੀਂਦ ਸਵਾਉਂਦੇ ਗੁਰੂ ਜੀ, ਬਹੁਤ ਸਕੂਨ ਦੀ। ਲੇਟਦੇ ਸਾਰੇ ਮੈਂ, ਪਰ ਇੰਨਾ ਹੈ ਗੁਰੂ ਜੀ ਦੀ ਮਿਹਰ ਹੈ ਮੇਰੇ 'ਤੇ ਵੀ ਸੌਂਦੇ ਟਾਈਮ ਗੁਰੂ ਜੀ ਸਤਸੰਗ ਜ਼ਰੂਰ ਸੁਣਵਾਉਂਦੇ ਆ, ਅਤੇ ਸਤਸੰਗ ਸੁਣਾਉਂਦੇ ਮੈਨੂੰ ਸੁਲਾ ਦਿੰਦੇ ਆ। ਫਿਰ ਇੰਨੀ ਚੈਨ ਦੀ ਨੀਂਦ ਸਵਾਉਂਦੇ ਆ ਨਾ, ਸਾਰੀ ਥਕਾਵਟ ਉਤਰ ਜਾਂਦੀ ਹੈ। ਸੋ ਅੱਜ ਗੁਰੂ ਜੀ ਨੇ ਮਿਹਰ ਕੀਤੀ ਸ਼ੁਕਰਾਨਾ ਸਤਸੰਗ ਕਰਨ ਲਈ, ਅਤੇ ਗੁਰੂ ਜੀ ਦੀ ਮਿਹਰਾਂ ਤਾਂ ਬਹੁਤ ਹੈ। ਗੁਰੂ ਜੀ ਨੇ ਪਹਿਲੇ ਇੰਨੇ ਸਤਸੰਗ ਸ਼ੇਅਰ ਕਰਵਾਏ, ਇੰਨੇ ਮਿਰਕਲਸ ਕੀਤੇ। ਹੁਣ ਵੀ ਗੁਰੂ ਜੀ ਦੇ ਬਹੁਤ ਪਿਆਰੇ ਪਿਆਰੇ ਮੈਸੇਜ ਆਉਂਦੇ ਆ, ਪੋਜ਼ੀਟਿਵਿਟੀ ਨਾਲ ਭਰਪੂਰ ਹੈ ਨਾ। ਅਤੇ ਬਸ ਨੈਗੇਟਿਵਿਟੀ ਹੈ ਜਾਂ ਕੀ ਹੈ, ਜੋ ਵੀ ਹੈ, ਕਾਫੀ ਦਿਨ ਹੋ ਗਏ, ਕਫ ਕੋਲਡ ਵਗੈਰਾ ਚੱਲ ਰਿਹਾ, ਉਹ ਵੀ ਬਸ ਬੋਡੀ ਇੱਦਾਂ ਦੀ ਰਹਿੰਦੀ ਹੈ ਨਾ, ਅਤੇ ਹਿੰਮਤ ਹੀ ਨਹੀਂ ਪੈਂਦੀ। ਚਲਦੇ ਫਿਰਦੇ ਗੁਰੂ ਜੀ ਸੁਣਵਾ ਦਿੰਦੇ ਆ ਸਤਸੰਗ, ਕੰਮ ਹੀ ਇੰਨਾ। ਪਰ ਆਪਾਂ ਨੂੰ ਫਿਰ ਇਹ ਹੈ ਨਾ ਵੀ ਮੇਨ ਗੱਲ ਤਾਂ ਇਹੀ ਹੈ ਨਾ, ਆਪਾਂ ਨੂੰ ਹਰ ਟਾਈਮ ਹਰ ਸਿਚੁਏਸ਼ਨ 'ਚ ਮਤਲਬ ਗੁਰੂ ਜੀ ਦਾ ਗੁਣਗਾਨ ਕਰਨਾ ਚਾਹੀਦਾ। ਪਰ ਇੱਕ ਗੱਲ ਤਾਂ ਹੈ, ਇੱਦਾਂ ਨਹੀਂ ਵੀ ਆਪਾਂ ਕੰਮ ਦੇ ਲੋੜ 'ਚ ਆਪਾਂ ਗੁਰੂ ਜੀ ਨੂੰ ਭੁੱਲ ਜਾਂਦੇ ਹਾਂ। ਹਾਂ ਮਤਲਬ ਕਿ ਟਾਈਮ ਨਹੀਂ ਦੇ ਪਾਉਂਦੇ, ਗੁਰੂ ਜੀ ਕੋਲ ਬੈਠ ਨਹੀਂ ਪਾਉਂਦੇ। ਮਤਲਬ ਕਿ ਮੇਰੇ ਵਰਗੀ ਤਾਂ ਚਲਦੇ ਫਿਰਦੇ ਗੁਰੂ ਜੀ ਨੂੰ ਨਾਲ ਡਿਟੇਲ ਦੱਸਦੀ ਰਹਿੰਦੀ ਹੈ, ਇੱਦਾਂ ਹੋ ਗਿਆ ਗੁਰੂ ਜੀ, ਇੱਦਾਂ ਹੁਣ ਕਰਨਾ। ਸੋ ਪਿੱਛੇ ਜੇ ਆਪਣੇ ਸਾਰੇ ਸਤਸੰਗ 'ਚ ਸ਼ੇਅਰ ਕੀਤਾ ਹੈ ਆਪਣੀ ਬੇਟੀ ਬਾਰੇ, ਆਪਣੇ ਅੰਕਲ ਬਾਰੇ, ਵਿੱਚ ਵਾਲੀ ਬੇਟੀ ਬਾਰੇ ਜਿਹੜੀ ਪ੍ਰੋਬਲਮ ਸੀ। ਅਤੇ ਉਹ ਐਸਾ ਪਤਾ ਨਹੀਂ ਕੀ ਹੋਇਆ, 3-4 ਮਹੀਨੇ ਉਹ ਕੰਮ 'ਤੇ ਹੀ ਨਹੀਂ ਗਈ, ਐਸੀ ਉਹਦੇ 'ਚ ਨੈਗੇਟਿਵਿਟੀ ਭਰ ਗਈ। ਅਤੇ ਕੋਈ ਉਹਦੇ ਡਾਕੂਮੈਂਟਸ ਆਏ ਕੋਰਟ ਵੱਲੋਂ ਅਤੇ ਉਹਦੇ ਹਸਬੈਂਡ ਵੱਲੋਂ। ਬਸ ਉਸ ਦਿਨ ਤੋਂ ਬਾਅਦ ਤਾਂ ਉਹ 7 ਜੁਲਾਈ ਨੂੰ, ਹਾਂ ਉਸ ਦਿਨ 7 ਜੁਲਾਈ ਨੂੰ ਗੁਰੂ ਜੀ ਦਾ ਬਰਥਡੇ ਸੀਗਾ, ਸਤਸੰਗ ਗੁਰੂ ਜੀ ਨੇ ਕਰਵਾਇਆ ਘਰ, ਅਤੇ ਉਸ ਦਿਨ ਹੀ ਉਹ ਨੋਟਿਸ ਮਿਲਿਆ ਹੈ ਨਾ। ਅਤੇ ਉਸ ਦਿਨ ਤੋਂ ਬਾਅਦ ਐਸੀ ਨੈਗੇਟਿਵਿਟੀ, ਮਤਲਬ ਕਿ ਪਤਾ ਨਹੀਂ ਕੀ ਗੁਰੂ ਜੀ ਨੇ ਉਹਦੇ ਕਰਮ ਕਟਵਾਏ ਵੀ ਉਹ ਕਰ ਹੀ ਨਹੀਂ ਪਾਈ, ਮਤਲਬ ਕਿ ਨਾ ਵੀ ਜੋਬ 'ਤੇ ਹੀ ਨਹੀਂ ਗਈ, ਐਸੀ ਬਿਮਾਰ ਪਈ 3.5-4 ਮਹੀਨੇ ਕੰਮ 'ਤੇ ਹੀ ਨਹੀਂ ਗਈ। ਮੈਂ ਤਾਂ ਬਹੁਤ ਡਰ ਗਈ, ਸਾਰਾ ਦਿਨ ਉਹਨੇ ਪਈ ਰਹਿਣਾ, ਕੁਛ ਖਾਣਾ ਨਹੀਂ ਪੀਣਾ ਨਹੀਂ, ਦੇਖ ਕੇ ਸਿਰਦੀ ਕੁੜਦੀ ਰਹਿੰਦੀ ਸੀ ਵੀ ਪਤਾ ਨਹੀਂ ਕੀ ਹੋ ਗਿਆ। ਅਤੇ ਪਏ ਰਹਿਣਾ, ਨੈਗੇਟਿਵਿਟੀ, ਸੁਸਤੀ, ਸਭ ਕੁਛ ਐਸਾ
ਵੀ ਉਹ ਕੰਮ 'ਤੇ ਹੀ ਨਹੀਂ ਗਈ। ਬੜਾ ਹੀ ਕਲਪਦੀ ਹੁੰਦੀ ਸੀ, ਮਨ ਹੀ ਮਨ ਕਲਪਦੀ ਸੀ, ਉਹਨੂੰ ਕਹਿ ਨਹੀਂ ਸੀ ਸਕਦੀ, ਉਹ ਇਰੀਟੇਟ ਜਲਦੀ ਹੋ ਜਾਂਦੀ ਸੀ। ਪਤਾ ਨਹੀਂ, ਮੈਨੂੰ ਤਾਂ ਸਮਝ ਨਹੀਂ ਆਈ। ਮੈਂ ਉੱਠਦੇ ਬੈਠਦੇ ਅਰਦਾਸ ਕਰਦੀ ਸੀ, ਗੁਰੂ ਜੀ ਮਿਹਰ ਕਰੋ, ਮਿਹਰ ਕਰੋ ਵੀ ਐਟਲੀਸਟ ਆਪਣੇ ਕੰਮ 'ਤੇ ਜਾਵੇ, ਆਪਣੀ ਪਹਿਲੇ ਵਾਲੀ ਰੂਟੀਨ 'ਚ ਵਾਪਸ ਆਵੇ, ਹੈ ਨਾ। ਸੋ ਹੁਣ ਥੋੜ੍ਹੇ ਦਿਨਾਂ ਤੋਂ ਐਸੀ ਮਿਹਰ ਹੋਈ, ਗੁਰੂ ਜੀ ਨੇ ਵਾਪਸ ਉਹਨੂੰ ਮਤਲਬ ਕਿ ਆਪਣੀ ਹੀ ਇੱਕ ਗੁਰੂ ਸੰਗਤ ਹੈ, ਉਹਨਾਂ ਦੀ ਹੋਮੋਪੈਥਿਕ ਦਾ ਡਾਕਟਰ ਹੈ, ਅਤੇ ਉਹਦੇ ਕੋਲ ਗੁਰੂ ਜੀ ਨੇ ਭੇਜਿਆ ਉਹਨੂੰ। ਨਹੀਂ ਤਾਂ ਇੰਨੀ ਦੇਰ DMC ਮੰਨਿਆ ਮਨਾਇਆ, ਹੌਸਪੀਟਲ ਦਵਾਈ ਖਾਧੀ, ਕੋਈ ਫਰਕ ਹੀ ਨਹੀਂ। ਅਤੇ ਬਟ ਹੁਣ ਗੁਰੂ ਜੀ ਨੇ ਐਸੀ ਮਿਹਰ ਕੀਤੀ ਹੈ, ਉਸੇ ਦੀ ਦਵਾਈ ਗੁਰੂ ਜੀ ਨੇ ਬਲੈਸ ਕਰਕੇ ਦਿੱਤੀ ਇਸ ਨੂੰ, ਅਤੇ ਉਹਦੇ ਨਾਲ ਇਸ ਨੂੰ ਫਰਕ ਪਿਆ। ਮਤਲਬ ਕਿ ਜਾਣ ਲੱਗੀ ਹੈ ਕੰਮ 'ਤੇ। ਮੈਂ ਤਾਂ ਬਹੁਤ 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 ਸ਼ੁਕਰਾਨਾ ਕੀਤਾ। ਬਾਹਰ ਨਿਕਲਣ ਨਾਲ ਇਹਦੇ ਫੇਸ ਦਾ ਵੀ ਫਰਕ ਪਿਆ, ਰੰਗਤ ਵੀ ਆਈ ਹੈ ਫੇਸ 'ਤੇ। ਨਹੀਂ ਤਾਂ ਬਸ ਇਰੀਟੇਟ ਇੰਨਾ ਹੁੰਦੀ ਸੀ, ਕਦੀ ਕਿਸੇ ਨਾਲ ਬਹਿਸ ਪੈਣਾ, ਕਦੀ ਕਿਸੇ ਨਾਲ ਬਹਿਸ ਪੈਣਾ, ਛੋਟੀ ਛੋਟੀ ਗੱਲ 'ਤੇ ਇਰੀਟੇਟ ਹੋ ਜਾਣਾ। ਬੜੀ ਮੈਂ 3.5-4 ਮਹੀਨੇ ਪਰੇਸ਼ਾਨ ਰਹੀ। ਪਰ ਉਹਦੇ 'ਚ ਵੀ ਸ਼ਾਇਦ ਗੁਰੂ ਜੀ ਨੇ, ਸ਼ਾਇਦ ਕਿ ਸੱਚੀ ਗੱਲ ਹੈ, ਗੁਰੂ ਜੀ ਨੇ ਉਹਦੇ ਥਰੂ ਮੇਰੇ ਕੋਈ ਕਰਮ ਕਟਵਾਏ। ਅਤੇ ਬਸ ਗੁਰੂ ਜੀ ਮਹਾਰਾਜ ਜੀ ਦੀ ਮਿਹਰ ਐਸੀ ਹੋਈ ਵੀ ਉਹ ਦੁਬਾਰਾ ਜਾਣ ਲੱਗ ਗਏ। ਹੁਣ ਵੀ ਗੁਰੂ ਜੀ ਮਹਾਰਾਜ ਜੀ ਦੇ ਬਹੁਤ ਪੋਜ਼ੀਟਿਵ ਭਰੇ ਮੈਸੇਜ ਆਉਂਦੇ ਹੈ, ਇੱਦਾਂ ਹੋ ਜਾਏਗਾ, ਇੱਦਾਂ ਹੋ ਜਾਏਗਾ, ਤੂੰ ਟੈਨਸ਼ਨ ਨਾ ਲੈ। ਟੈਨਸ਼ਨ ਤਾਂ ਗੁਰੂ ਜੀ ਨੂੰ ਪਤਾ, ਮੈਂ ਬੱਚੇ ਦੀ ਟੈਨਸ਼ਨ ਲੈਂਦੀ, ਕਿਉਂਕਿ ਬੱਚੇ ਨੇ ਕੰਮ ਬਹੁਤ ਛੜਾਇਆ ਤਾਂ ਗੁਰੂ ਜੀ ਨੇ, ਕਰਵਾਉਣਾ ਤਾਂ ਗੁਰੂ ਜੀ ਨੇ, ਕਰਨਾ ਤਾਂ ਗੁਰੂ ਜੀ ਨੇ। ਅਤੇ ਮੈਨੂੰ ਵੀ ਹੋਇਆ ਹੁੰਦਾ ਵੀ ਬੱਚੇ ਨੇ ਵਿਆਹ 'ਤੇ ਵੀ ਲਾਉਣੇ ਆ ਪੈਸੇ, ਘਰ 'ਤੇ ਹੀ ਇੰਨਾ ਕੰਮ ਕਰਵਾਈ ਜਾ ਰਹੇ ਆ। ਅਤੇ ਮਾਂ ਬਾਪ ਹੈ ਨਾ, ਗੁਰੂ ਜੀ ਨੂੰ ਸਾਡੀ ਟੈਨਸ਼ਨ ਹੁੰਦੀ ਹੈ। ਗੁਰੂ ਜੀ ਤਦ ਹੀ ਸਾਨੂੰ ਕਹਿੰਦੇ ਨਾ, ਤੂੰ ਛੱਡ ਟੈਨਸ਼ਨ, ਮੈਂ ਬੈਠਾ, ਹੈ ਨਾ, ਤੇਰਾ ਪਿਓ ਬੈਠਾ। ਅਤੇ ਫਿਰ ਉਹ ਮਾਂ ਬਾਪ ਹੈ ਨਾ, ਮਾਂ ਬਾਪ ਨੂੰ ਤਾਂ ਬੱਚਿਆਂ ਦੀ ਟੈਨਸ਼ਨ ਹੁੰਦੀ ਹੈ, ਪਰ ਉਹ 'ਚ ਵੀ ਗੁਰੂ ਜੀ ਮੈਨੂੰ ਨਾਲ ਨਾਲ ਬਲੈਸਿੰਗਸ ਦਿੰਦੇ ਆ ਵੀ ਤੂੰ ਟੈਨਸ਼ਨ ਨਾ ਲੈ, ਤੇਰੇ ਬੱਚੇ ਦੇ ਸਿਰ 'ਤੇ ਮੇਰਾ ਹੱਥ ਹੈ। ਮੈਂ ਉਹਨੂੰ ਬਲੈਸ ਕੀਤਾ। ਅੱਗੇ ਅੱਗੇ ਬਹੁਤ ਮਿਰੇਕਲਸ ਹੋਣੇ ਆ। ਵਾਕਿਆ 'ਚ ਮੈਨੂੰ ਪਤਾ ਹੈ, ਗੁਰੂ ਜੀ ਨੇ ਸਭ ਤੋਂ ਵੱਡੀ ਵਾਲੀ ਬੇਟੀ ਨੂੰ ਬਲੈਸ ਕੀਤਾ, ਉਹਦੀ ਵੀ ਗੁੱਡ ਨਿਊਜ਼ ਹੈ, ਚਲੋ ਜਲਦੀ ਮਿਲੇਗੀ। ਉਹ ਵੀ ਮੈਨੂੰ ਪਤਾ, ਗੁਰੂ ਜੀ ਨੇ ਮੈਨੂੰ ਪਹਿਲੇ ਹੀ ਰਿਜ਼ਲਟ ਦੱਸਤਾ ਉਸਦਾ, ਮੈਨੂੰ ਪਤਾ। ਢੇਰੋਂ ਬਲੈਸਿੰਗਸ ਗੁਰੂ ਜੀ ਨੇ ਦਿੱਤੀਆਂ ਉਸ ਨੂੰ ਵੀ, ਬਸ ਉਸਦੀ ਵੀ ਗੁੱਡ ਨਿਊਜ਼ ਆਉਣ ਵਾਲੀ ਹੈ। ਬਾਕੀ ਤਾਂ ਗੁਰੂ ਜੀ ਦੇ ਹੱਥ ਹੈ, ਜੋ ਕੁਛ ਵੀ ਹੈ। ਬਸ ਸਹੀ ਸਲਾਮਤ ਡਿਲੀਵਰੀ ਹੋ ਜਾਏ, ਮਾਂ ਬੱਚਾ ਆਪਣਾ ਚਲੋ ਠੀਕ ਠਾਕ ਹੋਣ। ਅਤੇ ਬਾਕੀ ਬੱਚੇ ਦਾ ਕਾਰਜ ਸਿਧਾਇਆ ਗੁਰੂ ਜੀ ਨੇ, ਉਹ ਵੀ ਸਾਰੇ ਗੁਰੂ ਜੀ ਨੇ ਹੀ ਕੰਮ ਪੂਰੇ ਕਰਨੇ ਆ, ਪੂਰੀਆਂ ਵੀ ਗੁਰੂ ਜੀ ਨੇ ਪਾਉਣੀਆਂ। ਮੈਂ ਤਾਂ ਅਰਦਾਸ ਬਸ ਗੁਰੂ ਜੀ ਅੱਗੇ ਇਹੀ ਕਰਦੇ ਨੇ, ਗੁਰੂ ਜੀ ਬਸ ਜਲਦੀ ਜਲਦੀ ਉਹਨਾਂ ਦੇ ਨਾਲ ਤੁਸੀਂ ਆਉਣਾ, ਬੱਚੇ ਲੈ ਕੇ ਆਉਣਾ ਕਾਰਜ ਲਈ, ਅਤੇ ਵਾਪਸ ਵੀ ਤੁਸੀਂ ਲੈ ਕੇ ਜਾਣਾ ਉਹਨਾਂ ਦੇ ਕਾਰਜ ਕਰਾ ਕੇ, ਆਨੰਦ ਕਾਰਜ ਕਰਾ ਕੇ ਤੁਸੀਂ ਉਹਨਾਂ ਨੂੰ ਵਾਪਸ ਲੈ ਕੇ ਜਾਣਾ। ਬਸ ਮੈਨੂੰ ਤਾਂ ਪੂਰਾ ਪੂਰਾ ਗੁਰੂ ਜੀ 'ਤੇ ਵਿਸ਼ਵਾਸ ਹੈ ਆਪਣੇ। ਮਤਲਬ ਅੱਗੇ ਇੰਨੀ ਟੈਨਸ਼ਨ ਲੈਂਦੀ ਹੁੰਦੀ ਸੀ, ਇੰਨੀ ਟੈਨਸ਼ਨ ਲੈਂਦੀ ਹੁੰਦੀ ਸੀ ਨਾ ਛੋਟੀ ਛੋਟੀ ਗੱਲ 'ਤੇ, ਪਰ ਹੁਣ ਇੰਨਾ ਮਤਲਬ ਕਿ ਹੈ ਹੀ ਨਹੀਂ। ਕਹਿ ਦਿੱਤਾ ਆਪੇ ਗੁਰੂ ਜੀ ਦੇਖਣਗੇ, ਆਪੇ ਗੁਰੂ ਜੀ ਦੇਖਣਗੇ, ਗੁਰੂ ਜੀ ਤੁਸੀਂ ਕਰਿਓ ਆਪੇ। ਗੁਰੂ ਜੀ ਬਲੈਸਿੰਗਸ ਵੀ ਦਿੰਦੇ ਹੈ, ਜਾਂ ਬਲੈਸਿੰਗਸ ਦਾ ਮਤਲਬ ਕਿ ਆਪਾਂ ਨੂੰ ਸਾਇੰਸ ਕਹਿ ਲਓ, ਆਪਾਂ ਪਹਿਲੇ ਸਾਇੰਸ ਦਿੰਦੇ ਆ ਵੀ ਗੁੱਡ ਟਾਈਮ ਤੇਰਾ ਆਉਣ ਵਾਲਾ ਜਾਂ ਕਿਸ ਤਰ੍ਹਾਂ। ਅਤੇ ਆਪਾਂ ਨੂੰ ਵਿਸ਼ਵਾਸ ਵੀ ਹੈ। ਕਈ ਵਾਰ ਮਨ ਪਰੇਸ਼ਾਨ ਹੁੰਦਾ, ਪਰ ਉਹ ਪਹਿਲੇ ਵਰਗੀ ਪਰੇਸ਼ਾਨੀ ਨਹੀਂ ਰੱਖੀ ਦੀ ਹੁਣ, ਉਹ ਪਹਿਲੇ ਵਾਲੀ ਟੈਨਸ਼ਨ ਨਹੀਂ ਰੱਖੀ ਦੀ। ਕਈ ਤਾਂ ਗੁਰੂ ਜੀ ਬੈਠੇ ਆ ਵਾਕਿਆ 'ਚ। ਹੁਣ ਉਹ ਨਹੀਂ, ਗੁਰੂ ਜੀ ਸਾਡੇ ਸਾਹਮਣੇ ਹੋਣਗੇ, ਸਾਨੂੰ ਗੱਲ ਕਰਨ ਲਈ ਗੁਰੂ ਜੀ ਦੇ ਸਾਹਮਣੇ, ਸਰੂਪ ਦੇ ਸਾਹਮਣੇ ਹੀ ਉਹ ਕਰਨਾ। ਗੁਰੂ ਜੀ ਤਾਂ ਬਸ ਸਾਡੇ ਰੋਮ 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 ਰੋਮ, ਸ਼ਵਾਸ ਸ਼ਵਾਸ, ਬਸ ਇਹ ਹੈ। ਬਸ ਮੈਂ ਇਸ ਤਰ੍ਹਾਂ ਦਾ ਹੀ ਤਾਂ ਚਾਹੁੰਦੀ ਸੀ ਵੀ ਗੁਰੂ ਜੀ ਮੇਰੇ ਹਰ ਪਲ, ਗੁਰੂ ਜੀ ਮੈਨੂੰ ਆਪਣੀ ਪ੍ਰੈਜ਼ੈਂਸ ਦਾ ਅਹਿਸਾਸ ਕਰਾਉਂਦੇ ਆ ਵੀ ਤੂੰ ਟੈਨਸ਼ਨ ਨਾ ਲੈ, ਟੈਨਸ਼ਨ ਨਾ ਲੈ। ਬਾਕੀ ਠੀਕ ਹੈ, ਬੰਦਾ ਮਾੜਾ ਨਹੀਂ ਹੁੰਦਾ, ਬੰਦੇ ਦਾ ਟਾਈਮ ਚੰਗਾ ਮਾੜਾ ਹੁੰਦਾ। ਜੇ ਚੰਗਾ ਟਾਈਮ ਨਹੀਂ ਰਹਿੰਦਾ ਤਾਂ ਮਾੜਾ ਟਾਈਮ ਵੀ ਨਹੀਂ ਰਹੂਗਾ। ਗੁਰੂ ਜੀ ਬੈਠੇ ਆ ਕਰਨ ਵਾਲੇ। ਬਸ ਗੁਰੂ ਜੀ ਅੱਗੇ ਇਹੀ ਅਰਦਾਸ ਹੁੰਦੀ ਹੈ ਵੀ ਆਪਣੇ ਸਾਰੇ ਬੱਚਿਆਂ ਨੂੰ ਬਲੈਸ ਕਰਨ, ਸਾਰਿਆਂ ਨੂੰ ਸਹੀ ਰਾਹ ਦਿਖਾਉਣ, ਸਦਬੁੱਧੀ ਦੇਣ। ਮਤਲਬ ਦੁਨੀਆ ਦੇ ਹਾਲਾਤ ਦੇਖ ਦੇਖ ਕੇ ਨਾ ਮਨ ਬਹੁਤ ਪਰੇਸ਼ਾਨ ਹੁੰਦਾ, ਬਹੁਤ। ਕਿਤੇ ਕੁਛ ਹੋ ਗਿਆ, ਕਿਤੇ ਕਿੱਥੇ ਬੰਬ ਬਲਾਸਟ ਹੋ ਗਿਆ, ਕਿਤੇ ਬਲਾਸਟ ਹੋ ਗਿਆ, ਜਗ੍ਹਾ ਜਗ੍ਹਾ ਬਸ ਆਹੀ ਚੀਜ਼ਾਂ ਚੱਲਦੀਆਂ। ਕਰਨ ਵਾਲੇ ਕਰ ਜਾਂਦੇ ਆ। ਇੱਕ ਬੰਬ ਬਲਾਸਟ ਨਾਲ ਕਿੰਨਿਆਂ ਦੀ ਜਾਨ
ਜਾਂਦੀ ਹੈ, ਕਿੰਨਿਆਂ ਦਾ ਨੁਕਸਾਨ ਹੁੰਦਾ, ਕਿੰਨਿਆਂ ਦੇ ਜਾਨੀ ਨੁਕਸਾਨ ਹੁੰਦਾ, ਬੱਚਿਆਂ ਦਾ, ਸਭ ਕੁਝ ਦੇਖ ਦੇਖ ਕੇ ਮਨ ਬਹੁਤ ਸਿਹਰ ਉੱਠਦਾ। ਅੱਜ ਕੱਲ੍ਹ ਦੇ ਹਾਲਾਤ ਦੇਖ ਕੇ ਨਾ ਬਹੁਤ ਰਿਸ਼ਤੇਦਾਰੀ ਨਹੀਂ ਰਹੀ, ਭੈਣ ਭਰਾਵਾਂ 'ਚ ਉਹ ਪਹਿਲੇ ਵਾਲਾ ਪਿਆਰ ਨਹੀਂ ਰਿਹਾ, ਹੈ ਨਾ। ਅਤੇ ਮਤਲਬ ਬਹੁਤ ਦੇਖ ਦੇਖ ਸੁਣ ਕੇ ਮਨ ਕਲਪਦਾ। ਆਪਾਂ ਤਾਂ ਕਹਿੰਦੇ ਗੁਰੂ ਜੀ ਮਹਾਰਾਜ ਜੀ ਆਪਣੇ ਸਾਰੇ ਬੱਚਿਆਂ ਨੂੰ ਸੰਸਕਾਰ ਦੇਣ ਤਾਂ ਕਿ ਉਹ ਆਪਣੇ ਸਹੁਰਿਆਂ ਦੇ ਪਰਿਵਾਰ ਦੀ ਖੂਬ ਸੇਵਾ ਕਰਨ, ਅਤੇ ਸਹੁਰੇ ਪਰਿਵਾਰ ਨੂੰ ਵੀ, ਲੜਕਿਆਂ ਨੂੰ ਵੀ ਸੰਸਕਾਰ ਦੇਣ ਤਾਂ ਕਿ ਉਹ ਜਿਹਨੂੰ ਆਪਣੀ ਜੀਵਨ ਸਾਥੀ ਬਣਾ ਕੇ ਲਿਜਾਂਦੇ ਆ, ਹੈ ਨਾ, ਅਤੇ ਉਸ ਦਾ ਧਿਆਨ ਰੱਖਣਾ ਉਹਨਾਂ ਦਾ ਫਰਜ਼ ਬਣਦਾ, ਸਹੁਰੇ ਪਰਿਵਾਰ ਦਾ ਅਤੇ ਹਸਬੈਂਡ ਦਾ। ਮਾਂ ਬਾਪ ਉਹਦੇ ਸਿਰ 'ਤੇ ਹੀ ਭੇਜਦੇ ਨੇ ਆਪਣੇ ਬੱਚੇ ਨੂੰ, ਅਤੇ ਬਸ ਦੋਨੇ ਪਾਸੇ ਹੀ ਹੈ ਗੁਰੂ ਜੀ, ਸਦਬੁੱਧੀ ਦਿਓ ਬੱਚਿਆਂ ਨੂੰ, ਲੜਕੇ ਲੜਕੀਆਂ ਸਭ ਨੂੰ ਸਹੀ ਰਾਹ ਦਿਖਾਓ ਤਾਂ ਕਿ ਉਹ ਆਪਣੇ ਘਰ ਬਸਾਉਣ, ਆਪਣੇ ਬੱਚਿਆਂ ਦੀ ਪਰਵਰਿਸ਼ ਚੰਗੀ ਤਰ੍ਹਾਂ ਕਰਨ ਤਾਂ ਕਿ ਬੱਚਿਆਂ ਨੂੰ ਚੰਗੇ ਸੰਸਕਾਰ ਮਿਲਣ। ਬਸ ਹੋਰ ਸ਼ੁਕਰਾਨੇ ਤਾਂ ਬਹੁਤ ਹੈ ਗੁਰੂ ਜੀ ਦੇ, ਅੱਗੋਂ ਮੈਨੂੰ ਪਤਾ ਹੈ ਜਿੱਦਾਂ ਜਿੱਦਾਂ ਗੁਰੂ ਜੀ ਆਪਣੀਆਂ ਬਲੈਸਿੰਗਸ ਦਿੰਦੇ ਆ, ਗੁਰੂ ਜੀ ਬਹੁਤ ਬਲੈਸਿੰਗਸ ਦਿੰਦੇ ਆ। ਬਸ ਸੋ ਗੁਰੂ ਜੀ ਦੀ ਦਿੱਤੀ ਹਰ ਇੱਕ ਦਾਤ ਦਾ ਕੋਟਮ ਕੋਟ ਸ਼ੁਕਰਾਨਾ। ਜਲਦੀ ਹੀ ਗੁਰੂ ਜੀ ਮਹਾਰਾਜ ਜੀ ਦੂਜਾ ਸਤਸੰਗ ਕਰਵਾਉਣਗੇ ਆਪਣਾ, ਉਹ ਵੀ ਜਲਦੀ ਹੀ ਕਰਾਉਣਗੇ। ਬਹੁਤ ਮੇਰਾ ਗੁਰੂ ਜੀ ਨੇ ਕਹਿੰਦੇ ਆ ਵਾਰੀ ਵਾਰੀ ਤੇਰੀ ਖੁਸ਼ੀਆਂ ਨਾਲ ਝੋਲੀ ਭਰਨੀ ਹੈ, ਪਤਾ ਵੀ ਹੈ ਮੈਨੂੰ, ਭਰਨਗੇ ਵੀ, ਪੂਰਨ ਵਿਸ਼ਵਾਸ ਹੈ। ਜੋ ਗੁਰੂ ਜੀ ਕਹਿ ਰਹੇ, ਗੁਰੂ ਜੀ ਦਾ ਇੱਕ ਵਚਨ ਸੱਤ ਵਚਨ ਹੈ, ਉਹ ਜੋ ਕਹਿੰਦੇ ਹੋ ਕੇ ਰਹਿੰਦਾ, ਹੋਇਆ ਵੀ ਹੈ। ਪਹਿਲੇ ਜੋ ਗੁਰੂ ਜੀ ਨੇ ਕਿਹਾ ਉਹ ਸਭ ਕੁਛ ਹੋਇਆ, ਸਭ ਕੁਛ, ਅਤੇ ਅੱਗੇ ਵੀ ਹੋਏਗਾ। ਬਸ ਮੈਂ ਤਾਂ ਗੁਰੂ ਜੀ ਅੱਗੇ ਹੀ ਅਰਦਾਸ ਕਰਦੀ ਹਾਂ, ਬਸ ਮੈਨੂੰ ਤੰਦਰੁਸਤੀ ਬਖਸ਼ੋ ਗੁਰੂ ਜੀ, ਤਾਂ ਕਿ ਮੈਂ ਕੰਮ ਵੀ ਖੁਸ਼ੀ ਕਰਾਂ ਬਿਨਾਂ ਇਰੀਟੇਟ ਹੋਏ, ਅਤੇ ਤੁਹਾਡਾ ਨਾਮ ਜਪ ਵੀ ਕਰਾਂ, ਅੰਮ੍ਰਿਤ ਵੇਲਾ ਵੀ ਕਰਾਂ। ਅੰਮ੍ਰਿਤ ਵੇਲਾ ਛੁੱਟਿਆ ਹੋਇਆ ਮੇਰਾ ਬਹੁਤ, ਕਾਫੀ ਦੇਰ ਤੋਂ ਬਸ ਆ ਕਫ ਕੋਲਡ ਵਗੈਰਾ ਚੱਲਦਾ, ਕੁਛ ਘਰ ਰੈਨੋਵੇਸ਼ਨ ਚੱਲ ਰਹੀ ਹੈ, ਇਸ ਕਰਕੇ ਕੁਛ ਕਰ ਹੀ ਨਹੀਂ ਪਾ ਰਹੀ। ਬਸ ਹੱਥ ਜੋੜ ਕੇ ਹੀ ਅਰਦਾਸ ਹੈ ਵੀ ਮੈਨੂੰ ਮੇਰਾ ਅੰਮ੍ਰਿਤ ਵੇਲਾ ਨਾਮ ਸਿਮਰਨ ਜਪ, ਜਿਹੜੇ ਪਾਠ ਸੇਵਾ ਗੁਰੂ ਜੀ ਪਹਿਲੇ ਬਖਸ਼ਦੇ ਸੀ, ਸ਼ਿਵ ਪੁਰਾਣ ਪਾਠ ਸੇਵਾ ਸੀ, ਸੁਖਮਨੀ ਸਾਹਿਬ ਦੀ ਸੀ, ਸ਼੍ਰੀ ਜਪਜੀ ਸਾਹਿਬ, ਸ਼੍ਰੀ ਚੁਪਾਈ ਸਾਹਿਬ, ਆਨੰਦ ਸਾਹਿਬ, ਦੁਖ ਭੰਜਨੀ ਸਾਹਿਬ, ਅਤੇ ਮੈਨੂੰ ਮੇਰੀ ਸੇਵਾ ਮੈਨੂੰ ਵਾਪਸ ਬਖਸ਼ਣ। ਕੱਲ੍ਹ ਗੁਰੂ ਜੀ ਦੀ ਬੇਟੀ ਦਾ ਬਰਥਡੇ ਹੈ, ਸੋ ਗੁਰੂ ਜੀ ਮੈਨੂੰ ਮੇਰਾ ਬਰਥਡੇ ਗਿਫਟ ਇਹੀ ਚਾਹੀਦਾ, ਬਸ ਮੈਨੂੰ ਤੰਦਰੁਸਤੀ ਦਿਓ ਅਤੇ ਅੰਮ੍ਰਿਤ ਵੇਲਾ ਸਤਸੰਗ ਨਾਮ ਜਪ, ਆਪਣੇ ਨਾਮ ਦੀ ਦਾਤ ਬਖਸ਼ੋ। ਬਸ ਹਰ ਵੇਲੇ ਬਸ ਤੁਹਾਡਾ ਹੀ ਨਾਮ ਜਪ ਕਰੀਏ, ਸਿਮਰਨ ਕਰੀਏ। ਸੋ ਸ਼ੁਕਰਾਨਾ ਸਤਸੰਗ ਕਰਦੇ ਕੋਈ ਭੁੱਲ ਚੁੱਕ ਹੋਈ ਹੈ ਤਾਂ ਮਾफ़ ਕਰਨਾ, ਭੁੱਲ ਚੁੱਕ क्षमा करना, माफ़ करना संगत जी, माफ़ करना गुरु जी। सो जल्दी ही गुरु जी अपना नवा शुकराना सत्संग शेयर करवाएंगे। सो तब तक लिए जय गुरु जी, जय गुरु जी संगत जी, जय गुरु जी। रूहानी आंटी हुण मेरा काफ़ी देर हो गई मैं शुकराना सत्संग नहीं किया, तो सो पर मैं सुनती हाँ, तुहाडे सुनती जरूर हाँ। दो जने के सत्संग अजकल सुनती हाँ, एक दीपा छिब्बर आंटी का आंदा पॉजिटिव थिंकिंग विद दीपा छिब्बर आंटी, एक तुहाडी गुरु जी की रूहानी रहमत, इन्होंने दोनों के मैं सत्संग सुनती हाँ। तो बस जल्दी ही गुरु जी अगला सत्संग शेयर कराएंगे, तब तक लिए गुरु जी मेहर करो, कृपा करो। जय गुरु जी, शुकराना गुरु जी। नानक नाम चढ़दी कला, तेरे भाने सरबत दा भला। नानक नाम चढ़दी कला, तेरे भाने सरबत दा भला। नानक नाम चढ़दी कला, तेरे भाने सरबत दा भला। जय गुरु जी। ओम नमः शिवाय। शिव जी सदा सहाय। ओम नमः शिवाय। गुरु जी सदा सहाय। ओम नमः शिवाय। शिव जी सदा सहाय। ओम नमः शिवाय। गुरु जी सदा सहाय। जय गुरु जी, जय गुरु जी। जय गुरु जी संगत जी। अब अगला सत्संग जो हम आपके साथ शेयर करने जा रहे हैं, ये गुरु जी की ब्लेस्ड संगत द्वारा शेयर किया गया है, तो आइए हम इसको उन्हीं की आवाज में सुनते हैं। जय गुरु जी, शुक्राना। ओम नमः शिवाय। शिव जी सदा सहाय। ओम नमः शिवाय। गुरु जी सदा सहाय। मैं गुरु जी की बेटी आज उनके किए हुए उपकारों का गुणगान करने आई हूँ। गुरु जी का प्यार मुझे हमेशा मिलता रहता है, उनके आसपास रहने का आभास मुझे हमेशा होता रहता है। और आज मैं उनके
उनके द्वारा की गई कृपा को अपने गुरु परिवार के साथ बांटना चाहती हूँ। अभी 2-3 हफ्ते पहले मेरे फेस पे मैं नाश्ता कर रही थी और अचानक से मेरे फेस पे मुझे फ़ील हुआ कि जैसे ना थोड़ी सी वैज़लीन लगी हुई है, जबकि मैं फेस पे वैज़लीन नहीं लगाती। और मैं नाश्ता कर चुकी थी, मेरे हाथों में भी कोई घी वगैरह नहीं लगा हुआ था। मैंने एकदम से अपने फेस को लेफ़्ट हैंड साइड फेस पे ऐसे हाथ लगाया तो वैज़लीन जैसा फ़ील हुआ और मैंने वो हटा दिया और हाथ पोंछ लिए। लेकिन उसमें वैज़लीन में बिल्कुल भी ना वो मतलब जैसे कहते वैज़लीन जैसे चिपचिपी सी होती है वैसा नहीं था, लेकिन वो बहुत सारा था यहाँ बिल्कुल आँख के नीचे। तो मुझे लगा कि ये कहाँ से आ गया। मैं सोचती रह गई कि ये कहाँ से आ गया। मैं तो वैज़लीन लगाती नहीं हूँ और जो क्रीम है वो भी मैं लोशन लगाती हूँ, तो वो लोशन तो एकदम से फेस के अंदर चला जाता है, ये कहाँ से आ गया। खैर वो मैं काम में लग गई और सारा दिन जैसे वो मॉर्निंग टाइम था, रात को मुझे फ़ील हुआ कि पसीना तो आ रहा है लेकिन मेरे ना फेस पे पसीना नहीं आ रहा। मतलब माथे पे आ रहा है लेकिन फेस पे पसीना नहीं आ रहा। और अगले दिन फिर जब मैं तैयार होने के लिए शीशे के आगे खड़ी हुई तो मैंने महसूस किया कि मेरे आँखों के नीचे ना मतलब थोड़ा चीक पे ही वो ओपन पोर्स थे दोनों तरफ और वो ख़त्म हो गए हैं। और मैं इस चीज़ से ना बहुत ज़्यादा वो थी कि ये पता नहीं कैसे ठीक होंगे। मैं बहुत सी रेमेडीज़ अपना चुकी थी लेकिन ये ठीक नहीं हो रहे थे। और मैंने फ़ील करा कि एक बड़ा प्यारा सा ग्लो आ गया फेस पे और मेरे वो ओपन पोर्स भी जो हैं वो बंद हो गए हैं। और फिर मुझे याद आया कि यार मेरे तो फेस पे पसीना भी नहीं आ रहा। और अचानक से मेरे को याद आया कि कल मेरे साथ ऐसा हुआ था, एक वैज़लीन जैसी चीज़ कोई मेरे फेस पे आई थी और उसके बाद से होना शुरू हुआ है। और तब मैं समझ गई कि ये मेरे गुरुजी की कृपा है, जिन्होंने मेरे फेस पे जो जितना भी प्रॉब्लम थी वो ख़त्म कर दी। सो थैंक यू सो मच गुरुजी, थैंक यू सो मच। उससे 2-4 दिन बाद क्या हुआ कि मैं घर पे अकेली थी, रात का टाइम था और अचानक मेरा ना दिल घबराने लग गया और मैं ना मतलब ऐसा हुआ कि मैं किचन में काम करती हुई ना मतलब दिल इतनी तेज़ घबराया कि मैं रोने लग गई और मैं सब कुछ छोड़ छाड़ के बच्चों की तरह भागती हुई गुरुजी के स्वरूप के आगे आई और रोने लग गई। और मन भर के रोई और मन जब मेरा हल्का हो गया तो मैंने गुरुजी का जल प्रसाद पिया और मैं वापस किचन में गई तो क्या देखती हूँ कि मैं फ्राई पैन पे तेल चढ़ाया हुआ था, तड़का लगाने लगी थी, लेकिन मन घबरा उठा और मैं गुरुजी के पास आ गई। तो जब मैं वापस गई और मैंने फ्राई पैन में देखा तो फ्राई पैन में तेल पड़ा हुआ था, लेकिन फ्राई पैन के बिल्कुल मिडल में मुझे गणेश जी की प्रतिमा बनी हुई दिखी और साइड में मुझे एक बड़ा सा ओम दिखाई दिया। जैसे गुरुजी कह रहे हो कि मैं तेरे साथ हूँ और जिस बात के लिए तू इतनी घबराई हुई है, परेशान है, वो सब ठीक हो जाएगी। और मुझे इतना अच्छा लगा, जैसे ना ऐसे मैंने प्रश्न किया और उसके साथ के साथ उत्तर आ गया। और मुझे सच में और वो कृपा देख के मुझे और रोना आ गया। लेकिन पहले वाले रोने में और बाद वाले रोने में ज़मीन आसमान का फ़र्क था। थैंक यू सो मच गुरुजी। तीसरे जो कृपा हुई है वो गुरुजी ने मुझे अभी बताने को मना किया है, सो उसके लिए भी सो मच थैंक यू। आई एम रियली थैंकफुल टू यू गुरुजी। और मेरे जैसे हम लोग सोते हैं साइड लेके सोते हैं तो ये स्टमक के बिल्कुल नीचे जो हड्डी होती है साइड वाली, जैसे साइड लेके सोते हैं तो साइड वाली जहाँ से लेग शुरू होती है वहाँ पे दोनों तरफ ही ना मेरे बहुत ज़्यादा पेन होती थी। तो मतलब इतनी ज़्यादा पेन हुई कुछ दिनों पहले कि मैं रात को लिटरली उठ के रोने लग गई उस पेन की वजह से। और फिर मैंने उठ के मूव लगाई और तब जाके मुझे नींद आई और मैं बहुत रोई थी उस रात को। और
आप मानोगे नहीं संगत जी कि सुबह ही मैंने जब फ़ेसबुक ऑन करी और वहाँ वहाँ पे मैंने एक डॉक्टर मतलब डॉक्टर बता रहे थे योगा के बारे में कि अगर आपको ये प्रॉब्लम हो ना तो आप ऐसे कर लिया करो। और मैंने वो करना शुरू करा और एक दिन में ही मतलब मैंने रात को पेन हुई, सुबह मैंने देखा और शाम और उसके बाद क्योंकि उसके अंदर ना एक छोटी सी बॉल की ज़रूरत होती है, वो बॉल टेनिस बॉल को पैर के नीचे लेके उसको मूव करना होता है बॉल को। तो जिस दिन मैंने देखा उस दिन तो खैर मुझे बॉल मिली नहीं, या हाँ उस दिन मुझे बॉल नहीं मिली। तो नेक्स्ट डे फिर मैंने घर में मतलब रात को मुझे मिली, तो फिर नेक्स्ट डे मैंने सुबह करी वो। और जिस दिन मैंने करी उस दिन रात को मुझे बिल्कुल मेरा वो जो पोर्शन जो दोनों तरफ मेरे पेन होता था वो ऐसे लग रहा था कि जैसे वो पोर्शन इतना हल्के हो गए हैं, बिल्कुल भी मुझे पेन नहीं हुआ। मतलब मुझे फ़ील ही नहीं हुआ कि कभी पेन भी होती थी और मैं इतने आराम से बच्चों की तरह सोई हूँ। और वो दिन और आज का दिन है, मुझे वो पेन बिल्कुल नहीं हुई। हालांकि मैं वो एक्सरसाइज जो है वो करना भूल जाती हूँ या ध्यान नहीं रहता मुझे करना। तो 1 या 2 बार करी होगी, पूरी ईमानदारी और शिद्दत के साथ करी है। तो वो उतने से ही गुरुजी ने मेरा कल्याण कर दिया। थैंक यू सो मच गुरुजी। मैं बहुत परेशान थी इस चीज़ से, और ना सिर्फ वो लेग्स की साइड वाली पेन ठीक हुई है बल्कि उससे मेरे कंधों की जो में भी पेन होती थी वो भी ठीक हो गई है। कैसे ठीक हुई है? पैरों के नीचे बॉल रख के मूव करने से लेग्स की तो मैं खैर समझ सकती हूँ कि वो ठीक हो गई होगी, लेकिन कंधों की कैसे ठीक हो गई, ये गुरुजी की महिमा है, मैं नहीं कुछ भी कह सकती। हाँ थैंक यू सो मच गुरुजी, मैं उनका अनंतम अनंतम शुक्राना करना चाहती हूँ। और गुरुजी बिना कहे दिल की बात इतनी जल्दी जान जाते हैं, ये तो मैं पहले भी आपको बता चुकी हूँ और हमारा गुरु परिवार जानता ही होगा। मेरा बहुत मन कर रहा था करेले खाने को, लेकिन जैसे मेरे हस्बैंड निकले वहाँ बाज़ार के लिए, तो मतलब वो थोड़ा क्योस में थे, और तो मुझे नहीं लगा, ठीक नहीं लगा कि मैं उन्हें स्पेशली आवाज़ दूँ और कहूँ कि हाँ जी मेरे लिए करेले भी ले आना। और क्योंकि अभी छुट्टियां शुरू हो गई हैं तो मुझे मायके जाना, तो वो कह रहे थे भी कुछ दिनों के बाद तो तू चली जाएगी, सब्ज़ी नहीं मैं लेके आऊँगा। तो अब क्योंकि ये वाक़ आ गया था भी मैं सब्ज़ी नहीं लेके आऊँगा, तो मुझे नहीं लगा कि भी हाँ मुझे अब रोक के ये बोलना कि नहीं आप मेरे लिए करेले ले आना। तो आप यकीन नहीं करोगे, जब वो बाज़ार से आए तो उन्होंने ना धप करके एक पॉलीथीन रखा। तो मैं दूर, वो पॉलीथीन बहुत दूर था और मैंने बड़ा ध्यान से वो देखा। मैंने कहा मुझे लगता है खीरे लेके आए हैं, अभी खीरे तो सलाद में खाए जाते हैं। लेकिन फिर जब मैंने और थोड़ा ध्यान लगा के देखा तो उसमें करेले थे, और मुझे इतना अच्छा लगा। मैंने गुरुजी को इतना थैंक्स बोला कि गुरुजी थैंक यू सो मच, मेरा इतने दिनों से करेले खाने का मन था और आपने आखिरकार मेरे लिए भेज ही दिए। थैंक यू सो मच गुरुजी, थैंक यू सो मच। और अब क्योंकि मैं अब अपने मायके जा रही हूँ तो मैं सामान जैसे लगा रही थी, अपना लगेज पैक कर रही थी, तो कुछ 2-3 सामान ना मतलब मेरे को था कि यहाँ पे पड़े हुए हैं, तो मैं ये सोच रही थी, मैंने कहा कि इसको ना ढूंढने में मुझे काफ़ी टाइम लग जाएगा। तो मैं अपने कमरे से निकल के दूसरे कमरे में गई, उस सामान मतलब सोच रही थी भी ये सामान ढूंढूंगी, और मैंने मंत्र जाप करने लग गई क्योंकि मुझे पता था कि अलमीरा के अंदर ऐसे ढूंढना पड़ेगा। और आप यकीन नहीं करोगे, मैंने गई हूँ और मैंने अलमारी के अंदर ऐसे हाथ रखा और वो सामान मिल गया। फिर मैंने दूसरे सामान के लिए ऐसे जहाँ पे मैं फिर मैंने दोबारा वहाँ हाथ रखा और दूसरा सामान मिल गया। मतलब गुरु मंत्र का तो इतनी महिमा है ना, मैं बता नहीं सकती। मैं सुबह शाम रात मतलब मेरे दिल में गुरु मंत्र चलता ही रहता है और इतना आशीर्वाद मिलता है मुझे गुरुजी का, मुझे कोई परेशानी नहीं होती। मैं हैरान रहेगी कि मैं जहाँ जहाँ हाथ रख रही हूँ
और ये भी नहीं कि मैं मतलब 2-3 बार मैंने कोशिश करी है सामान उठाने की, नहीं, मैंने जहाँ पे फर्स्ट टाइम टच करा मुझे मेरा एक पहला सामान मिल गया। दूसरी जगह मुझे पता था वो सामान यहाँ पे पड़ा हुआ है, मैंने वहाँ जाके पहली बार टच करा, मुझे वो दूसरा सामान मिल गया। थैंक यू सो मच। हालांकि लोग कहते होंगे कि इसमें कौन सी बड़ी बात है, लेकिन जब सामान नहीं मिलता और वो सामान आपके लिए बहुत ज़रूरी होता है, चाहे वो छोटी सी ही चीज़ हो, लेकिन जब वो नहीं मिलती ना तो बहुत बुरा हाल होता है। और ये भी एक बहुत बड़ी गुरुजी की ब्लेसिंग है कि कितनी जल्दी वो सामान मिल गया। और आज सुबह भी मैं किचन में खड़ी हुई थी तो किसी बात पे हमारी थोड़ा ऊंची आवाज़ मतलब बोला चाली होगी ऐसे कि भी ये सामान चाहिए, वो कहते नहीं मेरे पास टाइम नहीं है, मैं नहीं लेके आ सकता, ऐसा कुछ हो गया। और मैं ना कुछ कुछ बोल के किचन में चली गई और मैं बड़े गुस्से में ना जैसे थी कि भी चल नहीं मिल रहा मैं वहाँ से ले लूँगी, ये कह दूँगी, मैं किसी को ये कह दूँगी, मैं खाना बंद कर दूँगी, ऐसा कर लूँगी। और मैं अपनी किचन की शेल्फ़ पे कुछ काट रही थी, जैसे ना सब्ज़ी बनाने के लिए कुछ काट रही थी, तो अचानक से मुझे ना ऐसे फ़ील हुआ जैसे किसी ने ना मेरा यूँ करके गर्दन ऊपर को कर दिया, ऊपर वाली शेल्फ़ की तरफ, और शेल्फ़ की तरफ कर दिया, और जैसे कह रहे हो कि ओ पे सामने सामान। और मुझे लिटरली गुरुजी अपने पास दिखाई दिए और मैंने ना एकदम से ऐसे हाथ ऊंचा किया और वो डब्बी उठाई और डब्बी खोली और वो सामान मुझे मिल गया। और मैं ना मतलब मैं इतना पागलों की तरह खुश हुई हूँ ना उस टाइम, और मैंने एहसास किया कि मेरे गुरुजी मेरे पास खड़े हुए हैं। और सुबह तो मैं वैसे ही गुरबानी लगा के शब्द लगा के मतलब नाश्ता बनाती हूँ, लंच बनाती हूँ और साथ में गाती भी हूँ शब्द, लेकिन वो अचानक से ना मेरी आवाज़ ऊंची हो गई और वो जो खुशी थी ना वो मेरी आवाज़ में झलक रही थी कि ना गुरुजी और गुरुजी के ना मेरे को मैसेज आया था कि तू जिथे बहनी आ मैं उत्थे बहना हाँ, तू जिथे खड़ी होनी है मैं उत्थे ही खड़ा होना, तू जिथे रोनी है मैं भी रोना, तू जिथे हंसनी है उत्थे ही मैं हंसना। और सुबह जब मेरे को मेरे गुरुजी मेरे साथ खड़े हुए दिखे तो मुझे इतना अच्छा लगा ना, मैं बता नहीं सकती हूँ आपको। और आई कांट एक्सप्लेन माई सेल्फ के उस टाइम मुझे कैसा लगा होगा। थैंक यू सो मच गुरुजी, थैंक यू सो मच, थैंक यू सो मच गुरुजी। हमेशा अंग संग रहना, प्लीज़ मुझे छोड़ के मत जाना, आपके अलावा मुझे और मेरे दिल की बातों को और कोई नहीं समझ सकता। थैंक यू सो मच गुरुजी, हमेशा अंग संग रहना। थैंक यू सो मच। बहुत बहुत शुक्राना संगत जी सत्संग को सुनने के लिए। आप सबसे रिक्वेस्ट है, चैनल पे नए हैं तो चैनल को सब्सक्राइब कर लें, और अगर आप भी अपना सत्संग शेयर करना चाहते हैं तो आप हमारे व्हाट्सएप नंबर 8755410703 पर अपना सत्संग रिकॉर्ड करके भेज सकते हैं। ईमेल एड्रेस डिटेल्स नीचे डिस्क्रिप्शन बॉक्स में मेंशन है। ध्यान रखें, सत्संग जब भी भेजें शांत वातावरण में बैठकर उसको रिकॉर्ड करें और आपकी आवाज़ में क्लैरिटी हो। जय गुरु जी, शुक्राना गुरु जी।